चैप्टर नेम डेमोक्रेसी एट ग्रास रूट लैवल पंचायती राज बी पार्ट का चैप्टर है। ठीक है, ਉਹਦੇ ਵਿੱਚੋਂ ਜਿਹੜਾ ਅਸੀਂ ਕੁਐਸਚਨ ਕਰਨਾ ਹੈ, ਜਿਹੜਾ ਸਾਡਾ ਟੌਪਿਕ ਹੈ ਜੀ ਮੇਨ ਕਰੈਕਟਰਿਸਟਿਕਸ ਆਫ ਨਿਊ ਪੰਚਾਇਤੀ ਰਾਜ ਸਿਸਟਮ। ਠੀਕ ਹੈ, ਕੀ ਕਰੈਕਟਰਿਸਟਿਕਸ ਦੇਣੇ ਆ ਪੰਚਾਇਤੀ ਰਾਜ ਸਿਸਟਮ ਦੇ ਉੱਤੇ। तो फर्स्ट ਜਿਹੜਾ ਪੁਆਇੰਟ ਹੈਗਾ, ਪਹਿਲਾਂ ਤਾਂ ਤੁਹਾਨੂੰ ਮੈਂ ਇਹ ਦੱਸਦਾ ਕਿ ਪੰਚਾਇਤ ਸਿਸਟਮ ਕੀ ਹੁੰਦਾ ਹੈ। ਠੀਕ ਹੈ, ਅਸੀਂ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਰਾਜੀਵ ਗਾਂਧੀ ਸੀ, ਉਹਨਾਂ ਦੇ ਟਾਈਮ ਪੀਰੀਅਡ ਦੇ ਵਿੱਚ ਇਹ ਬਿੱਲ ਪਾਸ ਨਹੀਂ ਸੀ ਹੋ ਸਕਿਆ। ਠੀਕ ਹੈ, ਕਹਿੰਦੇ ਪਰ ਬਿੱਲ ਕਿਹੜਾ ਨਹੀਂ ਸੀ ਪਾਸ ਹੋਇਆ ਕਿ ਪੰਚਾਇਤੀ ਰਾਜ ਦੇ ਕੋਲ ਕੰਮ ਕਿਹੜੇ ਉਹਨਾਂ ਦੇ ਅੰਡਰ ਆਣਗੇ। ਠੀਕ ਹੈ, ਸੋ ਪਹਿਲਾਂ ਬਿੱਲ ਪਾਸ ਕਰਨ ਦੇ ਬਾਰੇ ਸੋਚਿਆ ਸੀ, ਲੇਕਿਨ ਬਿੱਲ ਪਾਸ ਨਹੀਂ ਹੋ ਪਾਇਆ। फिर हौली हौली दोबारा कोशिश की गई राजीव गांधी के टाइम पीरियड दे विच, फिर कोशिश की गई श्री वीपी नरसिम्हा राव के टाइम पीरियड दे विच, फिर 1991 नु, ठीक है 1991 नु एक अमेंडमेंट की गई। हुण मेरी एक छोटी जी गल नूं ध्यान दे नाल सुनना। 1991 नु अमेंडमेंट की गई, सोंध की गई, जिहदे विच लिखिया गया कि पंचायती राज नूं ਕਿਹੜੇ ਪੰਚਾਇਤੀ ਸਿਸਟਮ ਨੂੰ ਕਿਹੜੇ ਕੰਮ ਦਿੱਤੇ ਜਾਣਗੇ। ਠੀਕ ਹੈ, ਇੱਕ ਜੁਆਇੰਟ ਮੀਟਿੰਗ ਬਿਠਾਈ ਗਈ ਸੀ ਪਾਰਲੀਮੈਂਟ ਦੇ ਵਿੱਚ, ਜਿਹਦੇ ਵਿੱਚ ਕੁੱਲ ਮੈਂਬਰ ਜਿਹੜੇ ਸੀਗੇ 30 ਸੀਗੇ, 20 ਮੈਂਬਰ ਲੋਕ ਸਭਾ ਦੇ, 10 ਮੈਂਬਰ ਰਾਜ ਸਭਾ ਦੇ ਸੀਗੇ। ਠੀਕ ਹੈ, ਤੇ ਕਹਿੰਦੇ ਕਿ ਇੱਕ ਜਿਹੜਾ ਸੀਗਾ ਸਾਡਾ ਸ਼੍ਰੀ ਨੱਥੂ ਰਾਮ ਮਿਰਦਾ, ਕਹਿੰਦੇ ਇਹਨਾਂ ਨੇ ਆਪਣੀ ਇੱਕ ਜੁਆਇੰਟ ਮੀਟਿੰਗ ਬੁਲਾਈ ਸੀ, ਰਿਪੋਰਟ ਤਿਆਰ ਕੀਤੀ ਗਈ ਸੀ, 73 ਅਮੈਂਡਮੈਂਟ ਕੀਤੀ ਗਈ ਸੀ। ਕਹਿੰਦੇ ਯਾਨੀ ਕਿ ਇੱਕ ਬਿੱਲ ਪਾਸ ਕਰ ਦਿੱਤਾ ਗਿਆ ਸੀ। ਠੀਕ ਹੈ, ਉਸ ਤੋਂ ਬਾਅਦ ਤੁਹਾਡਾ ਆ ਜਾਂਦਾ ਹੈ ਮੇਨ ਕਰੈਕਟਰਿਸਟਿਕਸ। ਤੋਂ ਕਹਿੰਦੇ ਕਿ ਨੈਸ਼ਨਲ ਕਮੇਟੀ ਆਫ ਪੰਚਾਇਤ ਸਮਿਤੀ ਜਿਹੜੀ ਹੈਗੀ ਇੱਕ ਤਿਆਰ ਕੀਤੀ ਗਈ ਸੀਗੀ। ਕਹਿੰਦੇ ਇੱਕ ਜਿਹੜਾ ਮੇਨ ਕੁਐਸਚਨ ਹੈ ਉਹ ਹੈਗਾ ਕਿ ਮੇਨ ਕਰੈਕਟਰਿਸਟਿਕਸ ਆਫ ਨਿਊ ਪੰਚਾਇਤੀ ਰਾਜ ਸਿਸਟਮ, ਕਿ ਮੇਨ ਕਰੈਕਟਰਿਸਟਿਕਸ ਤੋਂ ਕਾਹਦੇ ਮੇਨ ਕਰੈਕਟਰਿਸਟਿਕਸ ਦੇਣੇ ਆ ਪੰਚਾਇਤੀ ਰਾਜ ਸਿਸਟਮ ਦੇ। ਠੀਕ ਹੈ, ਕਿ ਪੰਚਾਇਤੀ ਰਾਜ ਜੋ ਹੈਗਾ ਵਾ ਉਹਦੇ ਕਰੈਕਟਰਿਸਟਿਕਸ ਦੇਣੇ ਆ। सब तो पहला हैगा कॉन्स्टिट्यूशन सेक्शन टू डेमोक्रेटिक इंस्टीट्यूशन एट ग्रास रूट लेवल, मतलब कहंदा कि हेठली पद्धर ते लोकतंत्री संस्थानां नूं संविधानक मानता। अच्छा, हुण एक गल याद रखनी आ, शुरू दे टाइम पीरियड दे विच ना पंचायतां नूं कोई इंपॉर्टेंस नहीं सी दित्ती जांदी। पंचायती राज सिस्टम है तो ठीक है, नहीं है तो भी ठीक है। तो कहंदे की कीता जांदा सीगा, ਕਹਿੰਦੇ ਕਿ ਬਾਅਦ ਵਿੱਚ ਸੰਵਿਧਾਨ ਜਿਹੜਾ ਸੀਗਾ ਉਹਦਾ ਪਾਰਟ 9 ਤੇ 11 ਸ਼ਡਿਊਲ, ਮਤਲਬ 11ਵੀਂ ਅਨੁਸੂਚੀ ਦੇ ਵਿੱਚ ਬੱਚਿਆਂ ਨੂੰ ਨਾ ਯਾਦ ਭੁੱਲ ਜਾਂਦਾ ਹੈ ਕਿ ਪਿੰਡਾਂ ਦਾ ਜਦੋਂ ਪੰਚਾਇਤੀ ਰਾਜ ਸਿਸਟਮ ਬਣਿਆ ਸੀ ਉਦੋਂ ਕਿਹੜੀ ਆਰਟੀਕਲ ਸੀ 73। ਠੀਕ ਹੈ, ਹੁਣ ਪਿੰਡਾਂ ਦੇ ਬਾਰੇ ਵਿੱਚ ਰੂਲ ਐਂਡ ਰੈਗੂਲੇਸ਼ਨ ਕਿਹੜੇ ਪਾਰਟ ਦੇ ਵਿੱਚ ਬਣਿਆ, ਪਾਰਟ 9। ਸ਼ਡਿਊਲ ਕਿਹੜਾ ਵਾ, ਸ਼ਡਿਊਲ 11। ਇਹਦੇ ਵਿੱਚ ਸਭ ਕੁਝ ਦਿੱਤਾ ਹੋਇਆ ਕਿ ਪਿੰਡਾਂ ਦੀ ਪੰਚਾਇਤ ਕੀ ਕੁਝ ਕਰ ਸਕਦੀ ਹੈ ਤੇ ਕੀ ਕੁਝ ਨਹੀਂ ਕਰ ਸਕਦੀ। ਨੈਕਸਟ ਹੈ ਕਹਿੰਦੇ ਡੈਫੀਨੇਸ਼ਨ ਆਫ ਗ੍ਰਾਮ ਸਭਾ ਐਂਡ ਪੰਚਾਇਤ। ਕਹਿੰਦੇ ਗ੍ਰਾਮ ਸਭਾ ਤੇ ਪੰਚਾਇਤ ਦੀ ਇੱਕ ਡੈਫੀਨੇਸ਼ਨ ਦੇ ਦਿਓ। ਚਲੋ ਦਿੰਨੇ ਆ ਜੀ ਡੈਫੀਨੇਸ਼ਨ। ਕਹਿੰਦੇ ਕਿ 73 ਆਰਟੀਕਲ ਦੇ ਵਿੱਚ ਇੱਕ ਅਮੈਂਡਮੈਂਟ ਕੀਤੀ ਗਈ ਸੀ, ਜਿਹਦੇ ਵਿੱਚ ਕਿਹਾ ਗਿਆ ਸੀ ਕਿ ਪੰਚਾਇਤ ਦੇ ਖੇਤਰ ਵਿੱਚ ਜਿੰਨੇ ਵੀ ਚੀਜ਼ਾਂ ਆਉਣਗੀਆਂ ਪੰਚਾਇਤ ਉਹਨਾਂ ਦੇ ਬਿਹਾਫ ਦੇ ਉੱਤੇ ਖੁਦ ਆਪਣੇ ਡਿਸੀਜਨ ਜਿਹੜੇ ਹੈਗੇ ਆ ਉਹ ਲੈ ਸਕਦੀ ਆ। ਇਹਦਾ ਮਤਲਬ ਹੈ ਕਿ ਪੰਚਾਇਤੀ ਰਾਜ ਸਿਸਟਮ ਆਪਣੇ ਬੇਸ ਦੇ ਉੱਤੇ ਜਿਹੜਾ ਹੈਗਾ ਵਾ ਕੰਮ ਕਰ ਸਕਦੀ ਆ, ਉਹਨੂੰ ਕਿਸੇ ਦੀ ਪਰਮਿਸ਼ਨ ਦੀ ਜ਼ਰੂਰਤ ਨਹੀਂ ਪਏਗੀ। ਕਹਿੰਦੇ 3 टायर पंचायती राज सिस्टम। अच्छा, इत्थे लिख लो शॉर्ट आंसर टाइप क्वेश्चन, क्योंकि ये क्वेश्चन फिर आएगा, फिर तुहानू समझ नहीं लगना क्वेश्चन कित्थों आ गया। वड्डे क्वेश्चन चो ये क्वेश्चन निकलदा हुंदा अक्सर कि 3 टायर पंचायती राज सिस्टम। कहंदे पंचायती राज सिस्टम नू 3 भागां दे विच वंडिया गया है। सब तो ऊपर जिहड़ा हैगा ब्लॉक सिस्टम हुंदा वा, याद रखना हुण मैं कुछ बोल रही हां। सब तो ऊपर हुंदा ब्लॉक सिस्टम, ठीक है। मिडल दे विच हुंदा हैगा पंचायत, ਜਿਹੜਾ ਹੈਗਾ ਉਸ ਤੋਂ ਬਾਅਦ ਹੁੰਦਾ ਹੈ ਜ਼ਿਲ੍ਹਾ ਪੱਧਰ। ਠੀਕ ਹੈ, ਕਹਿੰਦੇ ਸਭ ਤੋਂ ਉੱਪਰ ਬਲਾਕ ਤੇ ਵਿਚਕਾਰਲੀ ਪੱਧਰ ਤੇ ਪੰਚਾਇਤ ਤੇ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਪੰਚਾਇਤ ਦੀ ਸਥਾਪਨਾ ਕੀਤੀ ਗਈ। ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕੰਪੋਜੀਸ਼ਨ ਆਫ ਪੰਚਾਇਤ। ਕਹਿੰਦੇ ਪੰਚਾਇਤ ਬਣਦੀ ਕਿੱਦਾਂ ਵਾ, ਅਸੀਂ ਇਹ ਚੀਜ਼ ਬੋਲਣੀ ਹੈਗੀ ਆ। ਹਾਂ, ਅਸੀਂ ਇਹ ਚੀਜ਼ ਬੋਲਣੀ ਹੈ ਕਿ ਆਰਟੀਕਲ 7
43 ਦੇ ਅੰਡਰ ਲਿਖਿਆ ਹੋਇਆ ਵਾ ਕਿ ਸਾਡਾ ਜਿਹੜਾ ਪੰਚਾਇਤੀ ਰਾਜ ਆ ਕਿਸ ਤਰ੍ਹਾਂ ਬਣੇਗਾ। ਆਰਟੀਕਲ 243C ਦੇ ਵਿੱਚ ਵੀ ਲਿਖਿਆ ਹੋਇਆ ਵਾ ਕਿ ਪੰਚਾਇਤ ਆ ਜਿਹੜੀ ਉਹਦੀ ਕੰਪੋਜੀਸ਼ਨ ਕਿੱਦਾਂ ਹੋਏਗੀ, ਪੰਚਾਇਤ ਬਣੇਗੀ ਕਿੱਦਾਂ। ਕਹਿੰਦੇ ਡਾਇਰੈਕਟ ਇਲੈਕਸ਼ਨ ਆਫ ਦਾ ਮੈਥਡ। ਅੱਛਾ, ਇਹ ਤਾਂ ਤੁਹਾਨੂੰ ਵੀ ਨਾਰਮਲੀ ਪਤਾ ਹੋਏਗਾ ਨਾ, ਜਿਵੇਂ ਪਿੰਡਾਂ ਦੀ ਪੰਚਾਇਤ ਨੂੰ ਚੁਣਨਾ ਤੇ ਡਾਇਰੈਕਟ ਇਲੈਕਸ਼ਨਸ ਹੀ ਹੋਣਗੇ। ਆਪਾਂ ਖੁਦ ਜਾ ਕੇ ਆਪਣੇ ਪਿੰਡਾਂ ਦੀ ਪੰਚਾਇਤ ਨੂੰ ਸਿਲੈਕਟ ਕਰਾਂਗੇ ਤਾਂ ਕੀ ਮਤਲਬ ਬਣ ਜਾਂਦਾ ਹੈ ਕਿ ਡਾਇਰੈਕਟ ਇਲੈਕਸ਼ਨਸ ਹੋਣਗੇ। ਉਸ ਤੋਂ ਬਾਅਦ ਇਲੈਕਸ਼ਨ ਅੰਡਰ ਦਾ ਸੁਪਰਵਿਜ਼ਨਸ ਆਫ ਇਲੈਕਸ਼ਨ ਕਮਿਸ਼ਨ। ਇਹ ਵੀ ਗੱਲ ਨਾਰਮਲ ਜੀ ਹੈ। ਇਲੈਕਸ਼ਨ ਕਮਿਸ਼ਨ ਕਿਹਦੀ ਸੁਪਰਵਿਜ਼ਨ ਚ ਹੋਣਗੇ? ਇਲੈਕਸ਼ਨ ਜਿਹੜੇ ਹੈਗੇ ਕਿਹੜੀ ਸੁਪਰਵਿਜ਼ਨ ਚ ਹੋਣਗੇ? ਇਲੈਕਸ਼ਨ ਕਮਿਸ਼ਨ ਦੀ ਸੁਪਰਵਿਜ਼ਨ ਚ ਹੋਣਗੇ ਨਾ। ਤਾਂ ਇਸ ਤਰ੍ਹਾਂ ਉਸ ਤੋਂ ਬਾਅਦ ਤੁਹਾਡਾ ਆ ਜਾਂਦਾ ਹੈਗਾ ਵਾ, ਕਹਿੰਦੇ ਕਿ representation to the chairperson of village level panchayat and the intermediate level panchayat in the panchayati above them। ਜਿਹੜੇ ਪੁਆਇੰਟ ਕਰਵਾ ਰਹੇ ਨੇ ਅੱਛੇ ਤਰੀਕੇ ਨਾਲ ਦੇਖ ਲੈਣਾ। ਕਹਿੰਦੇ ਪਿੰਡ ਪੱਧਰ ਤੇ ਵਿਚਕਾਰਲੀ ਪੱਧਰ ਦੀਆਂ ਪੰਚਾਇਤਾਂ ਦੇ ਪ੍ਰਧਾਨ ਨੂੰ ਉੱਪਰਲੀ ਪੱਧਰ ਦੀਆਂ ਪੰਚਾਇਤਾਂ ਦੀ ਪ੍ਰੋਵੀਜ਼ਨ ਕਰਨੀ ਪੈਂਦੀ ਹੈ, ਪ੍ਰਤੀਨਿਧਤਾ ਕਰਨੀ ਪੈਂਦੀ ਹੈ। ਤਾਂ ਨਾਰਮਲ ਜੀ ਗੱਲ ਹੈ ਕਿ ਜੋ ਦੋ ਹੇਠਾਂ ਵਾਲੀਆਂ ਜਿਹੜੀਆਂ ਪੰਚਾਇਤ ਹੋਣਗੀਆਂ ਉਹਨੂੰ ਆਪਣੇ ਹਾਇਰ ਲੈਵਲ ਦੀ ਪੰਚਾਇਤ ਦੇ ਰੂਲ ਐਂਡ ਰੈਗੂਲੇਸ਼ਨਸ ਨੂੰ ਫੋਲੋ ਕਰਨਾ ਪਏਗਾ। ਠੀਕ ਹੈ, ਚਲੋ ਨੈਕਸਟ ਚਲਦੇ ਹਾਂ ਜੀ। ਇਲੈਕਸ਼ਨ ਐਂਡ ਰਿਮੂਵ ਟੂ ਦਾ ਚੇਅਰਪਰਸਨ ਆਫ ਵਿਲੇਜ ਲੈਵਲ ਪੰਚਾਇਤ। ਕਹਿੰਦੇ ਜੇ ਅਸੀਂ ਰਿਮੂਵ ਕਰਨਾ ਹੋਵੇ, ਅੱਛਾ ਤੁਹਾਡੀ ਬੁੱਕ 'ਚ ਨਾ ਬੜੀਆਂ ਲੰਬੀਆਂ ਚੌੜੀਆਂ ਕਨਸੈਪਟ ਜੇ ਦਿੱਤੇ ਹੁੰਦੇ ਆ ਕਿ ਜੇ ਇਦਾਂ ਰਿਮੂਵ ਕਰਨਾ ਹੋਵੇ ਤਾਂ ਐਂ ਕਰ ਸਕਦੇ ਆ। ਤੁਸੀਂ ਇੰਨੀ ਗੱਲ ਲਿਖਣੀ ਹੈ ਕਿ ਜੇ ਕਿਸੇ ਪਰਸਨ ਨੇ ਕੋਈ ਕ੍ਰਾਈਮ ਕੀਤਾ, ਕੋਈ ਪਰਸਨ ਭ੍ਰਿਸ਼ਟ ਹੈ, ਲੋਕ ਉਹਨੂੰ ਸਪੋਰਟ ਨਹੀਂ ਕਰ ਰਹੇ, ਲੋਕ ਇਕੱਠੇ ਹੁੰਦੇ ਆ, ਦੈਨ ਕਹਿੰਦੇ ਕਿ ਉਹ ਜਿਹੜਾ ਪਰਸਨ ਹੈਗਾ ਉਹਦੀ ਪੋਸਟ ਤੋਂ ਰਿਮੂਵ ਕਰ ਲਿਆ ਜਾਂਦਾ ਵਾ। ਠੀਕ ਹੈ, ਕਹਿੰਦੇ ਕਿ ਇੱਥੇ ਅਸੀਂ ਦੇਖਦੇ ਹਾਂ ਕਿ ਕਾਰਜਕਾਲ ਯਾਨੀ ਕਿ ਟਾਈਮ ਪੀਰੀਅਡ ਪੂਰਾ ਹੋਣ ਤੋਂ ਪਹਿਲਾਂ ਵੀ ਬਹੁਤ ਸਮਿਤੀ ਦੇ ਨਾਲ ਮੈਂਬਰਾਂ ਦੀ ਗ੍ਰਾਮ ਸਭਾ ਦੀ ਸਿਫਾਰਿਸ਼ ਦੇ ਉੱਤੇ, ਗ੍ਰਾਮ ਸਭਾ ਦੀ ਸਿਫਾਰਿਸ਼, ਹੁਣ ਗ੍ਰਾਮ ਸਭਾ ਯਾਦ ਰੱਖਣੀ ਹੈ, तो ग्राम सभा ਦੀ ਸਿਫਾਰਿਸ਼ ਦੇ ਉੱਤੇ 15 ਦਿਨਾਂ ਦੇ ਅੰਦਰ ਅੰਦਰ ਸੂਚਨਾ ਭੇਜੀ ਜਾਂਦੀ ਹੈ। ਦੈਨ ਮੀਟਿੰਗ ਬੁਲਾਈ ਜਾਂਦੀ ਹੈ, 50% ਮੈਂਬਰ ਹਾਜ਼ਰ ਹੁੰਦੇ ਆ ਤੇ ਪੋਸਟ ਦੇ ਉੱਤੋਂ ਰਿਮੂਵ ਕਰ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਤੁਹਾਡਾ ਹੈਗਾ ਕਹਿੰਦੇ ਇਲੈਕਸ਼ਨ ਐਂਡ ਰਿਮੂਵ ਆਫ ਦਾ ਚੇਅਰਪਰਸਨ ਆਫ ਦਾ ਪੰਚਾਇਤ ਐਟ ਦਾ ਇੰਟਰਮੀਡੀਏਟ ਐਂਡ ਦਾ ਡਿਸਟ੍ਰਿਕਟ ਲੈਵਲ। ਕਹਿੰਦੇ ਸੇਮ ਡਿਸਟ੍ਰਿਕਟ ਲੈਵਲ ਦੇ ਪਰਸਨ ਨੂੰ ਵੀ ਏਦਾਂ ਹੀ ਪੋਸਟ ਦੇ ਉੱਤੋਂ ਰਿਮੂਵ ਕੀਤਾ ਜਾਂਦਾ, ਲੇਕਿਨ 2/3 ਵੋਟਾਂ ਦੇ ਅਕੋਰਡਿੰਗ। ਠੀਕ ਹੈ, ਕਹਿੰਦੇ ਇਹਦੇ ਨਾਲ ਸੰਬੰਧਿਤ ਮੈਂਬਰ ਤੇ ਹਾਜ਼ਰ ਮੈਂਬਰ 2/3 ਆਪਣੀਆਂ ਵੋਟਾਂ ਦੇਣਗੇ, ਦੈਨ ਪਰਸਨ ਨੂੰ ਰਿਮੂਵ ਕਰ ਦਿੱਤਾ ਜਾਏਗਾ। ਨੈਕਸਟ ਹੈ ਜੀ ਕਹਿੰਦੇ ਰਿਜ਼ਰਵੇਸ਼ਨ ਆਫ ਸੀਟ। ਅੱਛਾ ਇਹ ਲਾਈਨ ਹੁਣ ਇੰਨੇ ਅੱਛੇ ਤਰੀਕੇ ਨਾਲ ਰੱਟ ਲੈਣਾ ਨਾ, ਤੁਹਾਡਾ ਪੂਰਾ ਦਾ ਪੂਰਾ ਚੈਪਟਰ ਦੇ ਵਿੱਚ ਕਿਤੇ ਰਿਜ਼ਰਵੇਸ਼ਨ ਆ ਜਾਵੇ, ਸਪੈਲਿੰਗ ਹਰ ਜਗ੍ਹਾ ਇੱਕੋ ਹੀ ਚੀਜ਼ ਲਿਖਣੀ ਹੈ। ਪਹਿਲਾਂ ਅਸੀਂ ਕਵਾਂਗੇ 1/3 ਸੀਟਸ ਐਸਸੀ ਓਬੀਸੀ ਕਾਸਟ ਨੂੰ ਦਿੱਤੀਆਂ ਜਾਂਦੀਆਂ ਨੇ, ਮਤਲਬ ਸ਼ਡਿਊਲ ਕਾਸਟ ਤੇ ਸ਼ਡਿਊਲ ਟ੍ਰਾਈਬਸ ਦੇ ਪਰਸਨਸ ਨੂੰ ਦਿੱਤੀਆਂ ਜਾਂਦੀਆਂ ਨੇ। 1/3 ਸੀਟਸ ਔਮਨ ਨੂੰ ਦਿੱਤੀਆਂ ਜਾਂਦੀਆਂ ਨੇ। 1/3 ਸੀਟਸ ਹਰ ਇੱਕ ਔਮਨ ਨੂੰ ਦਿੱਤੀਆਂ ਜਾਂਦੀਆਂ ਨੇ। ਪਹਿਲਾਂ ਤਾਂ 1/3 ਉਹਨਾਂ ਔਮਨਸ ਨੂੰ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਸ਼ਡਿਊਲ ਕਾਸਟ ਤੇ ਸ਼ਡਿਊਲ ਟ੍ਰਾਈਬਸ ਦੇ ਨਾਲ ਰਿਲੇਟਡ ਨੇ। ਉਸ ਤੋਂ ਇਲਾਵਾ ਵੀ 1/3 ਸੀਟਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਹਰ ਇੱਕ ਕੈਟਾਗਰੀ ਦੀ ਔਮਨ। ਠੀਕ ਹੈ, ਅਸੀਂ ਪੰਚਾਇਤੀ ਰਾਜ ਕਰ ਰਹੇ ਹਾਂ। ਉਸ ਤੋਂ ਬਾਅਦ ਹੈਗਾ ਕਹਿੰਦੇ ਰੈਗੂਲਰ ਇਲੈਕਸ਼ਨ ਐਂਡ ਫਿਕਸਡ ਟੈਨਿਓਰ। ਕਹਿੰਦੇ ਇਲੈਕਸ਼ਨ ਰੈਗੂਲਰ ਹੋਣੇ ਚਾਹੀਦੇ, 5 ਸਾਲਾਂ ਦੇ ਬਾਅਦ ਹੋ ਜਾਣੇ ਚਾਹੀਦੇ ਆ। ਟਾਈਮ ਪੀਰੀਅਡ ਕਹਿੰਦੇ ਫਿਕਸਡ ਕਰ ਦੇਣਾ ਚਾਹੀਦਾ ਹੈਗਾ ਵਾ। ਕਹਿੰਦੇ ਕਿ ਜੇ ਮੰਨ ਲਓ ਕਿ ਪੂਰਾ ਕਾਰਜਕਾਲ ਹੋਣ ਤੋਂ ਪਹਿਲਾਂ ਮੰਨ ਲਓ ਕਿ ਹਜੇ ਕਾਰਜਕਾਲ ਪੂਰਾ ਨਹੀਂ ਹੋਇਆ, ਲੇਕਿਨ ਫਿਰ ਵੀ ਮਤਲਬ ਲੋਕਾਂ ਨੇ ਉਸ ਜਿਹੜੀ ਹੈਗੀ ਪੰਚਾਇਤ ਉਹਨੂੰ ਰਿਮੂਵ ਕਰ ਦਿੱਤਾ ਵਾ, ਲੋਕਾਂ ਦਾ ਵਿਸ਼ਵਾਸ ਨਹੀਂ ਰਿਹਾ, ਕਹਿੰਦੇ 6 ਮਹੀਨੇ ਦੇ ਅੰਦਰ ਅੰਦਰ ਦੁਬਾਰਾ ਇਲੈਕਸ਼ਨਸ ਕਰਵਾ ਲਓ। ਠੀਕ ਹੈ, ਕਹਿੰਦੇ ਕਿ 5 ਸਾਲ ਦੇ ਲਈ ਜਿਹੜੀ ਕਿ ਕੰਮ ਕਰੇਗੀ। ਉਸ ਤੋਂ ਬਾਅਦ ਕੁਆਲੀਫਿਕੇਸ਼ਨ। ਕਹਿੰਦੇ ਮੰਨ ਲਓ ਕਿ ਮੰਨ ਲਓ ਤੁਸੀਂ ਕਿਸੇ ਨੇ ਨਾ ਪੰਚਾਇਤਾਂ ਦੇ ਵਿੱਚ ਖੜਾ ਹੋਣਾ ਹੈ। ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜੇ ਹੈਗੇ ਆ ਦੇਸ਼ ਦੇ ਨਾਗਰਿਕ ਹੋਵੋ, 25 ਸਾਲ ਦੀ ਉਮਰ ਤੁਹਾਡੀ ਪੂਰੀ ਹੋ ਚੁੱਕੀ ਹੋਵੇ। ਠੀਕ ਹੈ, ਸਟੇਟ ਲੈਜਿਸਲੇਟਿਵ ਅਸੈਂਬਲੀ ਦਾ ਤੁਸੀਂ ਮੈਂਬਰ ਬਣੇ ਹੋਣੇ ਚਾਹੀਦੇ ਆ। ਠੀਕ ਹੈ, ਨੈਕਸਟ ਹੈ ਜੀ ਪਾਵਰ ਐਂਡ ਰਿਸਪੌਂਸਿਬਿਲਿਟੀ ਆਫ ਪੰਚਾਇਤ। ਕਹਿੰਦੇ ਪੰਚਾਇਤਾਂ ਦੀਆਂ ਪਾਵਰਸ ਕਿਹੜੀਆਂ ਨੇ ਤੇ ਰਿਸਪੌਂਸਿਬਿਲਿਟੀਜ਼ ਕਿਹੜੀਆਂ ਨੇ।
अच्छा ये भी गल है कि पंचायत की रिस्पोंसिबिलिटी लिखनी पैनी है ना। तो सब तो पहला तो असी यह चीज बोलांगे कि पंचायत दियां जो रिस्पोंसिबिलिटी ने वो हैगियां कि मतलब कि रूल एंड रेगुलेशन जो हैगियां ने उसको अच्छे तरीके नाल फॉलो करना। उस तो बाद एक काम पंचायत का काम है खेतीबाड़ी नाल रिलेटेड हर एक चीज नूं रखना, भूमि सुधार करना, सिंचाई का प्रबंध करना, ठीक है। छोटे छोटे जिथे डस्टिंग वगैरह कह लो कि कूड़ा करकट गारबेज वगैरह खिल रहा वा उसकी सफाई करना, बिजली का प्रबंध करना, स्कूलों का प्रबंध करना, ठीक है। इलैक्शन का प्रबंध करना, उस तो बाद हैगा टेक्नोलॉजी का प्रबंध करना, उस तो बाद लाइब्रेरी वगैरह बनाना या फिर कह लो कि फैमिली दे नाल रिलेटेड प्लानिंग बनाना। सो ये सारियां चीजां कुछ भी लिख दो जो तुहानूं पता पिंडां दी पंचायत करदी है, कुछ भी लिख दो। कहंदे पावर टू इंप्रूव टैक्सेस, कहंदे टैक्सेस नू इंप्रूव करना। टैक्सेस नू इंप्रूव करन दा मतलब हुंदा है टैक्सेस लगाना, ठीक है, इंपोज करना सॉरी। कहंदे कर लगाउण दी शक्ति कहंदे स्टेट लैजिस्लेटिव असैंबली जिहड़ी हैगी आ ओह इंपोज करदी है, टैक्सेस लगांदी है। पिंडां दीयां पंचायतां टैक्सेस इकट्ठा करदियां ने, ठीक है। कंसोलीडेटेड फंड दे विचों फिर पिंडां दीयां पंचायतां नू ग्रांट भी दित्ती जांदी है। आपां कहंदे आ ना साडे पिंड ग्रांट आई है जी। कंसोलीडेटेड फंड, कंसोलीडेटेड का मतलब हुंदा है संचित नीति। संचित वर्ड बहुत औखा है, कंसोलीडेटेड फंड याद कर लेना। तो कंसोलीडेटेड फंड दे विचों कहंदे कि तुहानू ना सैलरी दे दित्ती जांदी है, ठीक है। इस दे नाल ही चैप्टर दे आ क्वेश्चन जिहड़ा हैगा इत्थे कंप्लीट हुंदा है। न्यू क्वेश्चन करदे हैगे आपां। न्यू क्वेश्चन दे विच आ जांदा हैगा तुहाडा स्ट्रक्चर ऑफ न्यू पंचायती राज सिस्टम, ठीक है। तो इस चीज में मेरा थोड़ा जा याद रखना, कहंदे पंचायती राज सिस्टम दा स्ट्रक्चर किदां दा सी। अस्सी कहना है कि 3 टायर सिस्टम, ठीक है। ग्राम पंचायत है, ब्लॉक लेवल है, फिर डिस्ट्रिक्ट लेवल है, ठीक है। सब तो पहला कहंदे असी देखदे हैगे आ कि जिन्हां देशां दे विच 20 लाख तो ज्यादा आबादी है, ठीक है। सॉरी, तो सब तो पहला असी गल करांगे कहंदे ब्लॉक लेवल दे उत्ते ते विचकारली मतलब इंटरमीडिएट लेवल दे उत्ते, डिस्ट्रिक्ट लेवल दे उत्ते कहंदे कि हरेक लेवल दे उत्ते जिहड़ी पंचायत आ उहनूं लगाया गया। कहंदे कि स्टेट लेवल दे उत्ते कहंदे पंचायत नूं कोई भी ना दित्ते जाण दी खुल्ल है, मतलब पंचायत नूं ग्राम सभा कहना है, पंचायत कहना है, नाम लैण दी खुल्ल है। सो कहंदे इस तो इलावा 20 लाख तो जिथे घट आबादी है जिन्हां नूं इंटरमीडिएट लेवल कहा जांदा वा, ठीक है। तो कहंदे कि इत्थे स्टेट लेवल दे उत्ते पंचायत स्थापित कीती जावेगी, खुल्ल दित्ती गई है। इस तो इलावा कहंदे 73 अमेंडमेंट कीती गई है जेदे विच पिंडां दी पंचायत है जिहड़ी टाइम टू टाइम इहदे विच ਜਿਹੜੀਆਂ ਹੈਗੀਆਂ ਸੋਂਧ ਦਾ मतलब ਹੁੰਦਾ टाइम टू टाइम ਇਹਦੇ ਵਿੱਚ ਜੋ ਚੇਂजेस ਹੈਗੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ। तो टाइम टू टाइम जो ਇਹਦੇ ਵਿੱਚ ਚੇਂजेस ਹੈਗੀਆਂ ਨੇ ਉਹ ਕੀਤੀਆਂ ਜਾਣਗੀਆਂ, ठीक है। ਇਸ ਦੇ ਨਾਲ ਕੀ ਹੋਏਗਾ, टाइम टू टाइम अगर ਕਿਸੇ ਦੇ ਵਿੱਚ ਚੇਂजेस ਕੀਤੀਆਂ ਜਾਣਗੀਆਂ तो ਇਹਦਾ मतलब ਹੈਗਾ कि जो स्टेट ਲੈਵਲ ਦੇ ਉੱਤੇ ਸਾਡੀ ਪੰਚਾਇਤ ਵਗੈਰਾ ਬਣੀ ਹੁੰਦੀ ਹੈ ਕਹਿੰਦੇ ਉਹਦੇ ਨਾਲ स्टेट ਲੈਵਲ ਦੇ ਉੱਤੇ ਜਿਹੜੀ ਵੀ ਸਾਡੀ ਪੰਚਾਇਤ ਹੈਗੀ ਹੈ ਤੇ ਕਹਿੰਦੇ ਉਹ ਆਪਣਾ ਕੰਮ ਜਿਹੜਾ ਹੈਗਾ ਉਹ ਕਰਨਾ ਸਟਾਰਟ ਕਰ ਦੇਗੀ, ਠੀਕ ਹੈ। ਉਸ ਤੋਂ ਇਲਾਵਾ ਆ ਜਾਂਦਾ ਹੈਗਾ ਕਹਿੰਦੇ ਟਾਈਮ ਟੂ ਟਾਈਮ ਇੱਕ ਐਕਟ ਪਾਸ ਕੀਤਾ ਗਿਆ ਪੰਜਾਬ ਪੰਚਾਇਤੀ ਰਾਜ ਐਕਟ 1994 ਦੇ ਵਿੱਚ ਕਹਿੰਦੇ ਇੱਕ ਐਕਟ ਪਾਸ ਕੀਤਾ ਗਿਆ ਸੀ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਪੰਚਾਇਤੀ ਰਾਜ ਸਿਸਟਮ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਵਾ ਉਹ ਚਲਾਇਆ ਜਾਏਗਾ, ਠੀਕ ਹੈ। ਸੋ ਉਹਨਾਂ ਦੇ ਬਾਰੇ ਵਿੱਚ ਇਸੇ ਤਰ੍ਹਾਂ ਹੀ ਕਹਿੰਦੇ ਇਸ ਨੂੰ 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੈ। ਦ ਫਰਸਟ ਇਜ਼ ਕਹਿੰਦੇ ਕਿ ਜਿਹੜਾ ਫਰਸਟ ਲੈਵਲ ਹੈ ਗ੍ਰਾਮ ਸਭਾ, ਸੈਕੰਡ ਹੈ ਬਲਾਕ ਲੈਵਲ, ਥਰਡ ਹੈ ਡਿਸਟ੍ਰਿਕਟ ਲੈਵਲ। ਇਸ ਦੇ ਨਾਲ ਹੀ ਮੈਂ ਚੈਪਟਰ ਦੇ ਪੋਰਸ਼ਨ ਨੂੰ ਇੱਥੇ ਹੀ ਕੰਪਲੀਟ ਕਰਦੀ ਹਾਂ। ਬਾਕੀ ਆਪਾਂ ਬੇਟਾ ਗੱਲ ਕਰ ਲਾਂਗੇ।